देखो नौदीप ਨੂੰ ਜਦੋਂ 12 ਜਨਵਰੀ ਨੂੰ ਚੁੱਕਿਆ ਉਸ ਤੋਂ ਬਾਅਦ ਮਤਲਬ ਕੋਈ ਵੀ ਉਗ ਸੁਗ ਨਹੀਂ ਨਿਕਲੀ। ਚੁੱਕਣ ਦੇ ਕਾਰਨ ਕੀ ਬਣਿਆ, ਜਿਵੇਂ ਜਿਵੇਂ ਹੁਣ ਉਹ ਪਰਤਾਂ ਖੁੱਲ੍ਹੀਆਂ ਵਾ ਸਾਰਾ ਕੁਝ ਸਾਹਮਣੇ ਆ ਰਿਹਾ ਵਾ। ਉਹਨੂੰ ਨੌਜਵਾਨ 23 ਸਾਲਾਂ ਦੀ ਬੱਚੀ ਨੂੰ ਜਿਹੜੀ ਪੰਜਾਬ ਤੋਂ ਇੱਥੇ PhD ਕਰਨ ਆਈ ਆ, ਜੇ ਉਹ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਕੋਈ ਗੱਲ ਕਰਦੀ ਆ ਬੋਲਦੀ ਆ ਤੇ ਉਹਨੂੰ ਅਣਮਨੁੱਖੀ ਤਰੀਕੇ ਦੇ ਨਾਲ ਚੁੱਕ ਕੇ ਉਹਨੂੰ ਥਾਣੇ ਦੇ ਵਿੱਚ ਤਸ਼ੱਦਦ ਕਰਨਾ। ਪਤਾ ਲੱਗਾ ਵੀ ਉਹਦੇ ਤੇ ਉਹਦਾ ਸ਼ੋਸ਼ਣ ਵੀ ਹੋਇਆ। ਲੱਭ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ। ਪਰ ਫਿਰ ਵੀ ਸਰਕਾਰ ਦਹਿਸ਼ਤ ਪਾਉਣ ਵਾਸਤੇ ਕੀ ਪਰਚੇ ਵੀ ਦਰਜ ਕੀਤੇ ਆ, 22 FIR ਦਰਜ ਵਾ ਅਲੱਗ-ਅਲੱਗ ਥਾਣਿਆਂ ਦੇ ਵਿੱਚ। ਉਹਦੇ ਤੇ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਮਤਲਬ ਇੱਕ ਬੰਨੇ ਗੱਲਬਾਤ ਨਹੀਂ ਗੱਲ ਕਰ ਰਿਹਾ ਵੀ ਕੋਈ ਤਜਵੀਜ਼ ਭੇਜੋ। ਫਿਰ ਜਿਨ੍ਹਾਂ ਨੇ ਹਮਲਾ ਕੀਤਾ ਵਾ 29 ਤਰੀਕ ਨੂੰ, ਉਹ ਗੁੰਡੇ ਅਰੈਸਟ ਕਰਕੇ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਉਹਨਾਂ ਦੀ ਰਹਿਨਮਾਈ ਕੀਤੀ ਆ ਉਹਨਾਂ ਨੂੰ ਨੋਮੀਨੇਟ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ। ਜਿਹੜੀਆਂ ਬੈਰੀਕੇਡਿੰਗਾਂ ਜਿਹੜੀ ਤਾਰ ਕੋਬਰਾ ਵਾਇਰ ਵਰਤਣੀ ਚਾਹੀਦੀ ਚਾਈਨਾ ਦੇ ਬਾਰਡਰਾਂ ਤੇ, ਪੁਲਵਾਮਾ ਹਮਲੇ ਨਾ ਹੁੰਦੇ ਉਹਨਾਂ ਬਾਰਡਰਾਂ ਤੇ, ਉਹ ਤਾਰਾਂ ਅਣਮਨੁੱਖੀ ਵਰਤਾਰਾ ਵਰਤਾਉਂਦੇ ਆ ਕਿਸਾਨਾਂ ਦੇ ਵਰਤੀਆਂ ਗਈਆਂ ਵਾ। किसान अंदोलन जारी है। इस वेले असी ਸਿੰਘੂ ਬਾਰਡਰ ਦੇ ਉੱਤੇ ਖੜੇ ਹੋਏ ਹਾਂ। 75 दिन हो चुके हैं, लगभग 75 ਤੋਂ ਵੱਧ दिन हो चुके हैं इस अंदोलन उत्ते। लेकिन इस अंदोलन ਦੇ ਵਿੱਚੋਂ कई होर ਮੰਗਾਂ भी ਉੱਠ ਰਹੀਆਂ ਨੇ। खास तौर ਤੇ EVM ਦੇ ਵਿਰੁੱਧ ਵੀ ਆਵਾਜ਼ ਉੱਠ ਰਹੀ ਹੈ। ਨੌਜਵਾਨ ਜਿਹੜੇ ਪੁਲਿਸ ਨੇ ਚੁੱਕ ਲਿੱਤੇ ਸੀ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ, ਉਹਨਾਂ ਦੀ ਰਿਹਾਈ ਦੀ ਮੰਗ ਵੀ ਉੱਠ ਰਹੀ ਹੈ। ਇੱਕ ਨੌਦੀਪ ਕੁੜੀ ਜਿਸ ਨੂੰ 12 ਫਰਵਰੀ ਨੂੰ ਦਿੱਲੀ ਹਰਿਆਣਾ ਪੁਲਿਸ ਨੇ ਚੁੱਕ ਲਿੱਤਾ ਸੀ ਕੁੰਡਲੀ ਬਾਰਡਰ ਤੋਂ। ਖਬਰਾਂ ਨੇ ਕਿ ਥਾਣੇ ਤੇ ਜੇਲ੍ਹ ਦੇ ਵਿੱਚ ਉਸ ਉੱਤੇ ਤਸ਼ੱਦਦ ਹੋਇਆ, ਸਰੀਰਕ ਸ਼ੋਸ਼ਣ ਹੋਇਆ। ਹੋਰ ਵੀ ਬਹੁਤ ਸਾਰੇ ਮੁੱਦੇ ਨੇ, ਉਹਨਾਂ ਤੋਂ ਗੱਲਬਾਤ ਕਰਾਂਗੇ। ਕਿਸਾਨ ਆਗੂ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸਬਰਾ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜੋ ਅੱਜ ਵੱਡਾ ਮਸਲਾ ਬਣਿਆ ਹੋਇਆ ਕੁੜੀ ਨੂੰ ਚੁੱਕਿਆ ਨੌਦੀਪ ਨੂੰ 12 ਤਰੀਕ ਤੋਂ ਚੁੱਕੀ ਗਈ ਹੈ, ਲੇਕਿਨ ਹਾਲੇ ਤੱਕ ਕਿਸਾਨ ਜਥੇਬੰਦੀਆਂ ਦੇ ਉੱਤੇ ਵੀ ਸੋਸ਼ਲ ਮੀਡੀਆ ਉੱਤੇ ਸਵਾਲ ਉੱਠ ਨੇ ਕਿ ਉਹਨਾਂ ਨੇ ਇਸ ਮੁੱਦੇ ਉੱਤੇ ਕੁਝ ਨਹੀਂ ਕੀਤਾ ਹੈਗਾ। ਕਿਉਂ ਹਾਲੇ ਤੱਕ ਕੁੜੀ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕੀ? ਵੇਖੋ ਨੌਦੀਪ ਨੂੰ ਜਦੋਂ 12 ਜਨਵਰੀ ਨੂੰ ਚੁੱਕਿਆ ਉਸ ਤੋਂ ਬਾਅਦ ਮਤਲਬ ਕੋਈ ਵੀ ਉਗ ਸੁਗ ਨਹੀਂ ਨਿਕਲੀ। ਚੁੱਕਣ ਦੇ ਕਾਰਨ ਕੀ ਬਣਿਆ, ਜਿਵੇਂ ਜਿਵੇਂ ਹੁਣ ਉਹ ਪਰਤਾਂ ਖੁੱਲ੍ਹੀਆਂ ਵਾ ਸਾਰਾ ਕੁਝ ਸਾਹਮਣੇ ਆ ਰਿਹਾ ਵਾ। ਜਿਵੇਂ ਕੋਈ ਵਕੀਲਾਂ ਤੋਂ ਪਤਾ ਲੱਗਾ, ਕੋਈ ਮੀਡੀਆ ਤੋਂ ਪਤਾ ਲੱਗਾ, ਉਸ ਤਰੀਕੇ ਦੇ ਨਾਲ ਅਸੀਂ ਮਤਲਬ ਆਪਣੀ ਗੱਲਬਾਤ ਜਿਹੜੀ ਉਹ ਪਿਛਲੇ ਦਿਨਾਂ ਤੋਂ ਰੱਖ ਰਹੇ ਹਾਂ, ਬੜੇ ਜ਼ੋਰ ਨਾਲ ਰੱਖ ਰਹੇ ਹਾਂ ਵੀ ਇਹ ਅਣਮਨੁੱਖੀ ਤਸ਼ੱਦਦ ਜਿਹੜਾ ਵਾ ਬਹੁਤ ਮਾੜਾ। ਉਹਨੂੰ ਨੌਜਵਾਨ 23 ਸਾਲਾਂ ਦੀ ਬੱਚੀ ਨੂੰ ਜਿਹੜੀ ਪੰਜਾਬ ਤੋਂ ਇੱਥੇ PhD ਕਰਨ ਆਈ ਆ, ਜੇ ਉਹ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਕੋਈ ਗੱਲ ਕਰਦੀ ਆ ਬੋਲਦੀ ਆ ਤੇ ਉਹਨੂੰ ਅਣਮਨੁੱਖੀ ਤਰੀਕੇ ਦੇ ਨਾਲ ਚੁੱਕ ਕੇ ਉਹਨੂੰ ਥਾਣੇ ਦੇ ਵਿੱਚ ਤਸ਼ੱਦਦ ਕਰਨਾ। ਪਤਾ ਲੱਗਾ ਵੀ ਉਹਦੇ ਤੇ ਉਹਦਾ ਸ਼ੋਸ਼ਣ ਵੀ ਹੋਇਆ ਵਾ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਹ ਹੁਣ ਖਬਰ ਅੰਤਰਰਾਸ਼ਟਰੀ ਪੱਧਰ ਤੇ ਵਾਇਰਲ ਹੋ ਰਹੀ ਆ ਪੂਰੀ ਤਰ੍ਹਾਂ। ਇਹਦੇ ਤੇ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਇਹ ਸਾਰਾ ਕੁਝ ਸੱਚ ਸਾਹਮਣੇ ਲਿਆਂਦਾ ਜਾਵੇ। ਜਿਹੜੀਆਂ ਪੁਲਿਸ ਮੁਲਾਜ਼ਮਾਂ ਨੇ ਇਹ ਸਾਰਾ ਕੁਝ ਅਣਮਨੁੱਖੀ ਵਰਤਾਰਾ ਵਰਤਾਇਆ ਵਾ, ਉਹਨਾਂ ਨੂੰ ਮਤਲਬ ਜਿਹੜਾ ਵਾ ਉਹ ਲੱਭ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ। ਉਸ ਲੜਕੀ ਨੂੰ ਜਲਦੀ ਜਲਦੀ ਬਾਹਰ ਲਿਆਂਦਾ ਜਾਵੇ, ਕਿਉਂਕਿ ਜੇਕਰ ਕੋਈ ਲੋਕਤੰਤਰ ਦੇ ਜਮਹੂਰੀ ਤਰੀਕੇ ਦੇ ਨਾਲ ਕਿਸੇ ਦੀ ਕੋਈ ਆਵਾਜ਼ ਉਠਾਉਂਦਾ ਤੇ ਉਹਨੂੰ ਇਸ ਤਰੀਕੇ ਨਾਲ ਉਠਾ ਕੇ ਫਿਰ ਉਹ ਵੀ ਲੇਡੀ ਬੱਚੀ ਆ ਸਾਡੀ, ਉਹਦੇ ਤੇ ਇੰਨਾ ਅਣਮਨੁੱਖੀ ਤਸ਼ੱਦਦ ਕਰਨਾ ਤੇ ਉਹਦਾ ਥਹੁ ਪਤਾ ਨਾ ਲੱਗਣ ਦੇਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਿੰਦਨੀय ਕਾਰਵਾਈ ਆ, ਜਿਹਦੀ ਪੁਰਸ਼ੋਰ ਸ਼ਬਦਾਂ ਵਿੱਚ ਨਿੰਦਣਾ ਵੀ ਕਰਦੇ ਆ। ਤੇ ਇਹਦੇ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰੀ ਵਾਹ ਲਾ ਕੇ ਇਹ ਕੇਸ ਨੂੰ ਸੋਲਵ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ। ਸੁਖਵਿੰਦਰ ਸਿੰਘ ਸਬਰਾ ਜੀ, ਮੈਂ ਜਾਣਨਾ ਚਾਹੁੰਦਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਸੱਦਾ ਦਿੱਤਾ, ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਸੀ ਤੁਹਾਡੇ ਸੱਦੇ ਉੱਤੇ ਇੱਥੇ ਦਿੱਲੀ ਪਹੁੰਚ ਗਏ। 26 ਤਰੀਕ ਨੂੰ ਉਹਨਾਂ ਨੇ ਰਿੰਗ ਰੋਡ ਦੇ ਉੱਤੇ ਵੀ ਚਾਲੇ ਪਾਤੇ, ਪੁਲਿਸ ਨੇ ਬੜੇ ਸਾਰੇ ਨੌਜਵਾਨ ਚੁੱਕ ਲਿੱਤੇ, ਜੇਲ੍ਹਾਂ ਦੇ ਵਿੱਚ ਬੰਦ ਹੈਗੇ ਨੇ। ਉਹਨਾਂ ਨੌਜਵਾਨਾਂ ਦੀ ਰਿਹਾਈ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੀ ਕੁਝ ਕਰ ਰਹੀ ਹੈ? ਵੇਖੋ ਜੀ, ਜੋ 26 ਵਾਲਾ ਵਰਤਾਰਾ ਉਹ ਤਾਂ ਤਕਰੀਬਨ ਸਾਰਾ ਹੁਣ ਤੱਕ ਬਿਆਨ ਕੀਤਾ ਜਾ ਚੁੱਕਿਆ ਵਾ। ਜਿਹੜੇ ਨੌਜਵਾਨ ਹੁਣ ਤੱਕ ਲਾਪਤਾ ਵੀ ਆ, ਜਿਹੜੇ ਅਜੇ ਮਤਲਬ ਸਾਹਮਣੇ ਆ ਚੁੱਕੇ ਆ, ਉਹਨਾਂ ਦੇ ਵਿੱਚੋਂ 122 ਸਾਡੇ ਕੋਲ ਸਾਹਮਣੇ ਆ ਚੁੱਕੇ ਆ। ਅਸੀਂ ਉਹਨਾਂ ਬਦਲੇ ਸਪੈਸ਼ਲ ਆਪਣੇ ਸੈੱਲ ਬਣਾ ਕੇ ਜਿਹੜੇ ਵਕੀਲ ਸਾਂਝੇ ਮੋਰਚੇ ਦੇ ਨਾਲ ਵੀ ਆ, ਦਿੱਲੀ ਦੇ ਵਕੀਲ ਵੀ ਆ, ਪੰਜਾਬ ਦੇ ਵਕੀਲ ਵੀ ਆ, ਉਹ ਸਾਰੇ ਬਣਾ ਕੇ ਅਸੀਂ ਜਲਦੀ ਇੱਕ ਬੈਂਚ ਸਥਾਪਿਤ ਕਰਾਂਗੇ ਗੁਰਦੁਆਰਾ ਰਕਾਬਗੰਜ। ਉੱਥੇ ਕਰਕੇ ਜਿਹੜੇ ਮਾਪਿਆਂ ਨੂੰ ਉਹਨਾਂ ਨੂੰ ਅਸੀਂ ਦੱਸਾਂਗੇ, ਕਿਉਂਕਿ ਇੱਥੇ ਇਹ ਜਿਹੜਾ ਮਸਲਾ ਇਹ ਕਾਹਲੀ ਪਿਆ ਹੱਲ ਨਹੀਂ ਹੋਣਾ। ਜਿਹੜੇ ਹੁਣ ਅੰਦਰ ਚਲੇ ਗਿਆ ਉਹਨਾਂ ਨੂੰ ਸਹਿਜ ਨਾਲ ਇੱਕ ਤਾਂ 14 ਦਿਨ ਦਾ ਕੁਆਰੰਟੀਨ ਜਿਹੜਾ ਵਾ ਇਹਨਾਂ ਨੇ ਕਰ ਦਿੱਤਾ ਵਾ, ਕਿਉਂਕਿ ਕਰੋਨਾ ਜੀ ਕਹਿੰਦੇ ਜੇਲ੍ਹ 'ਚ ਹੈਗਾ ਵਾ, ਬਾਕੀ ਸਾਰੇ ਖਤਮ ਹੋ ਗਿਆ। ਉਹ ਇਹ ਇੱਕ ਸਰਕਾਰ ਦੀਆਂ ਸ਼ਾਸਨਾਂ ਵਾ, ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੂੰ 12 ਤੱਕ ਉਹਨਾਂ ਦੀ ਨਿਆਇਕ ਹਿਰਾਸਤ ਵਾ। ਉਸ ਤੋਂ ਬਾਅਦ ਜਲਦੀ 2-4 ਦਿਨਾਂ ਦੇ ਵਿੱਚ ਹਫ਼ਤਾ 2 ਹਫ਼ਤੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਨੌਜਵਾਨ ਜਿਹੜੇ ਉਹ ਫਿਰ ਸਾਡੇ ਵਿੱਚ ਹੋਣਗੇ, ਕਿਉਂਕਿ ਸਾਰਾ ਕੁਝ ਸਰਕਾਰ ਦਹਿਸ਼ਤ ਪਾਉਣ ਵਾਸਤੇ ਕਰ ਰਹੀ ਆ, ਜਦੋਂ ਕਿ ਕੇਸ ਬਣਦਾ ਹੀ ਕੋਈ ਨਹੀਂਗਾ। ਪਰ ਫਿਰ ਵੀ ਸਰਕਾਰ ਦਹਿਸ਼ਤ ਪਾਉਣ ਵਾਸਤੇ ਕੀ ਪਰਚੇ ਵੀ ਦਰਜ ਕੀਤੇ ਆ, 22 FIR ਦਰਜ ਵਾ ਅਲੱਗ-ਅਲੱਗ ਥਾਣਿਆਂ ਦੇ ਵਿੱਚ। ਉਹਦੇ ਤੇ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਮਤਲਬ ਇੱਕ ਬੰਨੇ ਗੱਲਬਾਤ ਨਹੀਂ ਗੱਲ ਕਰ ਰਿਹਾ ਵੀ ਕੋਈ ਤਜਵੀਜ਼ ਭੇਜੋ। ਸਾਡੀ ਤਜਵੀਜ਼ ਨੂੰ ਨੋਟ ਕਰਨ ਤੇ ਇਹ ਨੋਟ ਕਰਨ ਵੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਨੌਜਵਾਨ ਪੜ੍ਹੇ ਆ, ਸਾਡੇ ਕਿਸਾਨ ਗ੍ਰਿਫਤਾਰ ਕੀਤੇ ਆ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਫਿਰ ਜਿਨ੍ਹਾਂ ਨੇ ਹਮਲਾ ਕੀਤਾ ਵਾ 29 ਤਰੀਕ ਨੂੰ, ਉਹ ਗੁੰਡੇ ਅਰੈਸਟ ਕਰਕੇ
ਜਿਨ੍ਹਾਂ ਪੁਲਿਸ ਮੁਲਾਜ਼ਮਾਂ ਉਹਨਾਂ ਦੀ ਰਹਿਨਮਾਈ ਕੀਤੀ ਆ ਉਹਨਾਂ ਨੂੰ ਨੋਮੀਨੇਟ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ। ਗੱਲਬਾਤ ਦਾ ਮਾਹੌਲ ਬਣਾਉਣ ਵਾਸਤੇ ਜਿਹੜੇ ਪਾਏ ਹੋਏ ਝੂਠੇ ਪਰਚੇ ਉਹ ਰੱਦ ਕੀਤੇ ਜਾਣ ਤਾਂ ਜੋ ਅਗਲੀਆਂ ਤਜਵੀਜ਼ਾਂ ਤਾਂ ਸਾਡੀਆਂ ਇਹ ਵਾ ਅਜੇ ਉਹ ਅਸੀਂ ਕਾਨੂੰਨ ਵਾਲੀਆਂ ਜਿਹੜੀਆਂ ਗੱਲਾਂ ਉਹ ਭੁੱਲ ਗਏ ਆ। ਕਾਨੂੰਨ ਰੱਦ ਹੋਣੇ ਆ ਹਰ ਹਾਲਤ ਦੇ ਵਿੱਚ ਹੋਣੇ ਆ, ਪਰ ਜਿਹੜਾ ਸਰਕਾਰ ਨੇ ਅਣਮਨੁੱਖੀ ਵਰਤਾ ਕੇ ਇਹਨਾਂ ਅੰਦੋਲਨਾਂ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਆ। ਅੰਦੋਲਨ ਅੱਜ ਵੀ ਆਪਣੇ ਪੂਰੇ ਗਰੂਰ ਤੇ ਆ, ਪੂਰੇ ਸਰੂਰ ਦੇ ਵਿੱਚ ਆ, ਪੂਰੇ ਇੱਕ ਵਾ, ਪੂਰਾ ਭਾਰਤ ਵਰਸ਼ ਇੱਕ ਵਾ। ਸਰਕਾਰ ਨੇ ਆਪਣੀਆਂ ਹਰ ਚਾਲ ਚੱਲ ਕੇ ਭਾਰਤ ਵਰਸ਼ ਰੂਪੀ ਸੁੰਦਰ ਫੁੱਲਾਂ ਦੇ ਗੁਲਦਸਤੇ ਨੂੰ ਤਾਰ-ਪੀੜੋ ਕਰਨ ਦੀ ਲੋੜ ਕੀ ਸਮਝੀ ਸੀ, ਪੱਤੀ ਕਰ ਰਹੇ ਸੀ, ਪਰ ਅਸੀਂ ਕਹਿੰਦੇ ਵੀ ਸੁੰਦਰ ਫੁੱਲਾਂ ਦਾ ਗੁਲਦਸਤਾ ਕਦੀ ਵੀ ਅਸੀਂ ਤਾਂ ਪੱਤੀ ਨਹੀਂ ਹੋਣ ਦਿਆਂਗੇ। ਸਬਰ ਸਾਹਿਬ, ਲੇਕਿਨ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਦਿੱਲੀ ਜਿਹੜੀ ਹੈਗੀ ਹੈ ਦੇਸ਼ ਦੀ ਰਾਜਧਾਨੀ ਦੂਜੇ ਸੂਬਿਆਂ ਦੇ ਨਾਲੋਂ ਟੁੱਟ ਗਈ ਹੈ। ਅੱਜ ਇੱਥੇ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੈ, ਕੰਡਿਆਲੀ ਤਾਰਾਂ ਲਾਈਆਂ ਹੋਈਆਂ ਨੇ ਤੇ ਜਿਹੜੇ ਲੋਕ ਇੱਥੇ ਦੇਖਣ ਆਉਂਦੇ ਨੇ ਉਹ ਜਿਵੇਂ ਚਾਈਨਾ ਤੇ ਪਾਕਿਸਤਾਨ ਦੇ ਬਾਰਡਰ ਤੋਂ ਜਾਂਦੇ ਸੀ ਸਰਹੱਦਾਂ ਨੂੰ ਦੇਖਣ, ਉਹ ਅੱਜ ਆਪਣੀ ਰਾਜਧਾਨੀ ਨੂੰ ਇਸ ਤਰੀਕੇ ਨਾਲ ਤੱਕ ਰਹੇ ਨੇ। ਕੀ ਲੱਗਦਾ ਕਿ ਕੌਣ ਜ਼ਿੰਮੇਵਾਰ ਹੈਗਾ ਇਸ ਸਭ ਦੇ ਲਈ? ਇਹਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਆ, ਕਿਉਂਕਿਕ ਉਹ ਅੰਦੋਲਨਾਂ ਨੂੰ ਉਹ ਨਿੱਕਾ ਕਰਕੇ ਵੇਖ ਰਹੀ ਆ। ਅੱਜ ਤੱਕ ਵੀ ਪੂਰਾ ਦੇਸ਼ ਇੱਕ ਜਗ੍ਹਾ ਤੇ ਇਕੱਠਾ ਵਾ। 22 ਸਟੇਟਾਂ ਦੇ ਵਿੱਚ 6 ਤਰੀਕ ਨੂੰ ਚੱਕਾ ਜਾਮ ਹੋਇਆ ਵਾ, ਪਰ ਅੱਜ ਵੀ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਦੱਸਿਆ ਜਾ ਰਿਹਾ ਵਾ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੀਆਂ ਬੈਰੀਕੇਡਿੰਗਾਂ, ਜਿਹੜੀ ਤਾਰ ਕੋਬਰਾ ਵਾਇਰ ਵਰਤਣੀ ਚਾਹੀਦੀ ਚਾਈਨਾ ਦੇ ਬਾਰਡਰਾਂ ਤੇ, ਪੁਲਵਾਮਾ ਹਮਲੇ ਨਾ ਹੁੰਦੇ ਉਹਨਾਂ ਬਾਰਡਰਾਂ ਤੇ, ਉਹ ਤਾਰਾਂ ਅਣਮਨੁੱਖੀ ਵਰਤਾਉਂਦੇ ਆ ਕਿਸਾਨਾਂ ਦੇ ਵਰਤੀਆਂ ਗਈਆਂ ਵਾ ਔਰ ਬੁਰੀ ਤਰ੍ਹਾਂ ਬੈਰੀਕੇਡਿੰਗ ਕਰਕੇ ਪਾਣੀ, ਬਿਜਲੀ, ਪੋਰਟੇਬਲ ਲਾਈਟਰਾਂ ਸਾਰਾ ਕੁਝ ਬੰਦ ਕੀਤਾ ਗਿਆ। ਪਰ ਫਿਰ ਵੀ ਸਾਰੇ ਤਸ਼ੱਦਦ ਚੱਲਦਿਆਂ, ਪੱਥਰਬਾਜ਼ੀ ਸਹਿੰਦਿਆਂ, ਪੈਟਰੋਲ ਬੰਬ ਸਹਿੰਦਿਆਂ, ਹੈਲੀਕਾਪਟਰ ਦੇ ਨਾਲ ਅਥਰੂ ਗੈਸ ਦੇ ਗੋਲੇ ਸਹਿੰਦਿਆਂ ਵੀ ਇਹ ਅੰਦੋਲਨਕਾਰੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ। ਜਿਸ ਤਰੀਕੇ ਦੇ ਨਾਲ ਪੂਰਾ ਦੇਸ਼ ਫਿਰ ਇਕੱਠਾ ਹੋ ਰਿਹਾ ਵਾ, ਇੱਥੇ ਤਾਂ ਹੁਣ ਇਹ ਪੰਡਾਲ ਦੀ ਰਾਖੀ ਹਰਿਆਣੇ ਵਾਲੇ ਵੀ ਰਾਤ ਨੂੰ ਕਰਦੇ ਆ ਵੀ ਹੁਣ ਕੋ ਆਊਗਾ ਗੁੰਡਾ ਤੇ ਅਸੀਂ ਰੋਕਾਂਗੇ। ਮਤਲਬ ਜਦੋਂ ਇਦਾਂ ਦਾ ਭਾਈਚਾਰਾ ਕਾਇਮ ਹੋ ਜੇ ਫਿਰ ਸਰਕਾਰਾਂ ਨੂੰ ਆਪਣੇ ਲੋਕਾਂ ਦੇ ਉੱਤੇ ਰੋਕਾਂ ਨਹੀਂ ਲਗਾਉਣੀਆਂ ਚਾਹੀਦੀਆਂ, ਸਗੋਂ ਲੋਕਾਂ ਦੀ ਗੱਲ ਸੁਣ ਕੇ ਕਿਤੇ ਮਨ ਕੀ ਬਾਤ ਨਾ ਕਰਦੇ, ਜਨ ਕੀ ਬਾਤ ਤੇ ਆਣ ਕੇ ਮੋਦੀ ਸੁਣ ਲੈਣ ਤੇ ਸਾਡਾ ਐਡਾ ਵੱਡਾ ਵਡਪਣਾ ਸਾਡੇ ਲੋਕਾਂ ਦੇ ਵਿੱਚ ਇਹ ਫਿਰ ਮਾਫ ਕਰਨਗੇ। ਸਬਰਾ ਸਾਹਿਬ, ਕਿਸਾਨ ਜਥੇਬੰਦੀਆਂ ਇਹ ਗੱਲ ਤਾਂ ਵਾਰ-ਵਾਰ ਆਖ ਰਹੀਆਂ ਨੇ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਿਆ ਹੋਇਆ ਹੈ, ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ 70 ਤੋਂ ਵੱਧ ਦਿਨ ਹੋ ਗਏ ਤੁਹਾਨੂੰ ਸੰਘਰਸ਼ ਕਰਦਿਆਂ, ਦਿੱਲੀ ਦੀਆਂ ਬਰੂਹਾਂ ਉੱਤੇ ਨਾਅਰੇਬਾਜ਼ੀ ਪ੍ਰਦਰਸ਼ਨ ਕਰਦਿਆਂ ਨੂੰ, ਤੇ ਦੂਜੇ ਪਾਸੇ ਉਨੇ ਹੀ ਦਿਨ ਹੋ ਗਏ ਸਰਕਾਰ ਨੂੰ ਉੱਤੇ ਗੁਣਗਾਨ ਕਰਦਿਆਂ ਨੂੰ। ਹੁਣ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹ ਦੇ ਵਿੱਚੋਂ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਤਾਰੀਫ ਹੀ ਨਿਕਲਦੀ ਹੈ। ਕੀ ਲੱਗਦਾ ਹੈ ਕਿ ਹਾਲੇ ਤੱਕ ਕੇਂਦਰ ਸਰਕਾਰ ਦੇ ਉੱਤੇ ਉਵੇਂ ਦਾ ਪ੍ਰਭਾਵ ਕਿਉਂ ਨਹੀਂ ਬਣ ਸਕਿਆ ਇਹਨਾਂ ਦਿਨਾਂ ਵਿੱਚ? ਵੇਖੋ ਜੀ, ਜਿਸ ਤਰੀਕੇ ਦੇ ਨਾਲ ਕਾਰਪੋਰੇਟ ਜਗਤ ਦੇ ਗੋਡੇ ਥੱਲੇ ਸਰਕਾਰ ਨੇ ਧੌਣ ਦਿੱਤੀ ਆ, ਉਹ ਅਜੇ ਨਿਕਲਦਿਆਂ ਖਸਕਾਉਂਦਿਆਂ ਟਾਈਮ ਲੱਗੂ, ਕਿਉਂਕਿ ਉਹਨਾਂ ਦੇ ਆਸਾਨਾਂ ਥੱਲੇ ਦੱਬੇ ਹੋਏ ਆ। ਪੂਰੀ ਤਰ੍ਹਾਂ ਦੇਸ਼ ਨੂੰ ਤਬਾਹ ਬਰਬਾਦ ਕਰਨ ਦੀਆਂ ਜਿਹੜੀਆਂ ਨੀਤੀਆਂ ਘੜੀਆਂ ਸੀ ਉਹਨਾਂ ਤੇ ਕਿਤੇ ਆਣ ਕੇ ਤੁਹਾਡੇ ਵਰਗੇ ਬੁੱਧੀਜੀਵੀ ਪੱਤਰਕਾਰਾਂ ਨੇ, ਕਿਸਾਨਾਂ ਮਜ਼ਦੂਰਾਂ ਨੇ, ਬੁੱਧੀਜੀਵੀ ਵਰਗ ਨੇ ਆਣ ਕੇ ਸਵਾਲੀਆ ਨਿਸ਼ਾਨ ਖੜਾ ਕਰਤਾ। ਸਵਾਲੀਆ ਨਿਸ਼ਾਨ ਲੈ ਕੇ ਜਦੋਂ ਪੂਰੇ ਦੇਸ਼ ਕੋਲ ਗਏ, ਇਸ ਟਾਈਮ ਤੇ ਪੂਰਾ ਦੇਸ਼ ਜਾਗਿਆ ਵਾ ਤੇ ਉਹਨਾਂ ਨੂੰ ਉੱਥੋਂ ਹੁਣ ਸਿਰਫ ਇਹ ਵੀ ਪਿੱਛੇ ਆਉਣਾ ਜਿਹੜਾ ਮੁਸ਼ਕਿਲ ਹੋ ਰਿਹਾ ਵਾ ਵੀ ਮੋੜਾ ਕਿਵੇਂ ਕੱਟੀਏ, ਬਾਕੀ ਸਾਰਾ ਕੁਝ ਹੋਇਆ ਪਿਆ ਵਾ। ਅਗਲੀ ਗੱਲ, 3 ਕਾਨੂੰਨ ਰੱਦ ਕਰਨ ਦੀ ਕੋਈ ਏਡੀ ਗੱਲ ਨਹੀਂ, ਇਹ ਰੱਦ ਹੋਏ ਪਏ ਆ, ਪਰ ਸਭ ਤੋਂ ਵੱਧ ਗਲੇ ਦੀ ਹੱਡੀ ਹੁਣ ਬਣ ਗਿਆ ਜਿਹੜਾ 15 ਸਾਲ ਪਹਿਲਾਂ MSP ਤੋੜ ਕੇ ਖੇਤੀ ਮੰਡੀ ਦੇਸ਼ ਦੇ ਵਿੱਚ ਤੋੜੀ, 92 ਤੋਂ 94% ਫਸਲ ਜਿਹੜੀ ਆ 15 ਲੱਖ ਕਰੋੜ ਦਾ ਘਾਟਾ ਪਿਆ ਸਾਡੇ ਕਿਸਾਨਾਂ ਨੂੰ। ਉਹ ਜਿਹੜੀ ਆ ਉਹ MSP ਗਰੰਟਡ ਕਰਨ ਵਾਲਾ ਕਾਨੂੰਨ ਜਿਹੜਾ ਵਾ ਉਹ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਪਿਆ ਵਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਸ ਤਰੀਕੇ ਨਾਲ ਗੱਲਬਾਤ ਅੱਗੇ ਕਿਵੇਂ ਤੁਰ ਸਕਦੀ ਹੈ? ਭਾਰਤ ਦੇ ਪ੍ਰਧਾਨ ਮੰਤਰੀ ਤਾਂ ਵਾਰ-ਵਾਰ ਕਹਿ ਰਹੇ ਨੇ ਅਸੀਂ ਤਾਂ ਉਡੀਕ ਕਰ ਰਹੇ ਹਾਂ, ਕਿਸਾਨ ਜਥੇਬੰਦੀਆਂ ਫੋਨ ਕਰਨ, ਇੱਕ ਫੋਨ ਕਾਲ ਤੇ ਦੂਰੀ ਉੱਤੇ ਬੈਠੇ ਹੋਏ ਆ, ਤੇ ਤੁਸੀਂ ਇਧਰੋਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦਾ ਪ੍ਰਸਤਾਵ ਜਿਹੜਾ ਹੈਗਾ ਉਹ ਰੱਦ ਕਰ ਚੁੱਕੇ ਆ, ਕੇਂਦਰ ਸਰਕਾਰ ਨਵਾਂ ਪ੍ਰਸਤਾਵ ਲੈ ਕੇ ਆਵੇ। ਕੇਂਦਰ ਸਰਕਾਰ ਕਹਿੰਦੀ ਕਿਸਾਨ ਜਿਹੜੇ ਹੈਗੇ ਨੇ ਉਹ ਸਾਡੇ ਪ੍ਰਸਤਾਵ ਉੱਤੇ ਮੁੜ ਵਿਚਾਰ ਕਰਨ। ਗੱਲਬਾਤ ਅੱਗੇ ਕਿਵੇਂ ਤੁਰੇਗੀ? ਵੇਖੋ ਜੀ, 11 ਵਾਰ ਇਹਨਾਂ ਬਿੱਲਾਂ ਦੇ ਗੁਣਗਾਨ ਸੁਣਦੇ ਰਹੇ ਆ, ਹਾਲਾਂਕਿ ਮੀਟਿੰਗਾਂ ਜਾਣ ਦੀ ਕੋਈ ਤੁਕ ਨਹੀਂ ਬਣਦੀ। ਜਿੱਥੋਂ ਗੱਲ ਸ਼ੁਰੂ ਹੁੰਦੀ ਸੀ, ਜਿੱਥੇ ਖਤਮ ਹੁੰਦੀ ਉੱਥੋਂ ਫਿਰ ਸ਼ੁਰੂ ਹੋ ਜਾਂਦੀ ਨਵੀਂ ਮੀਟਿੰਗ ਦੇ ਵਿੱਚ। ਲਾਸਟ ਮੀਟਿੰਗ 11 ਮੀਟਿੰਗ ਦੇ ਤੋਮਰ ਜੀ ਨੇ ਖੁਦ ਕਹਿ ਦਿੱਤਾ ਵੀ ਭਾਈ ਪ੍ਰਸਤਾਵ ਜਿਹੜਾ ਦਿੱਤਾ ਉੱਤੇ ਗੌਰ ਕਰ ਲਓ, ਨਹੀਂ ਤੇ ਅੱਜ ਤੋਂ ਬਾਅਦ ਮੈਂ ਮੀਟਿੰਗਾਂ ਦਾ ਸਿਲਸਿਲਾ ਖਤਮ ਕਰ ਰਿਹਾ ਵਾਂ। ਮੀਟਿੰਗਾਂ ਦਾ ਸਿਲਸਿਲਾ ਉਹਨਾਂ ਖਤਮ ਕੀਤਾ। 4-4 ਘੰਟੇ ਜਿਵੇਂ ਫਰਿਆਦੀ ਜਾ ਕੇ ਬਹਿੰਦੇ ਆ, ਜਿਵੇਂ ਤਰੀਕ ਭੁਗਤਣ ਗਏ ਹੁੰਦੇ ਆ, ਇਦਾਂ ਬਹਿ ਕੇ ਕਿਸਾਨ ਜਲੀਲ ਹੋ ਕੇ ਆ ਗਏ। ਸਾਡੀਆਂ ਵੋਟਾਂ ਨਾਲ ਬਣੇ ਹੋਏ ਹਾਕਮ ਸਾਨੂੰ ਇਹਨਾਂ ਨਾਲ ਚਿਰ ਜਲੀਲ ਕਰਨ, ਦੇਸ਼ ਦੇ ਅੰਨਦਾਤੇ ਨੂੰ ਜਲੀਲ ਕਰਨ, ਦੇਸ਼ ਦੇ ਵੋਟਰਾਂ ਨੂੰ ਜਲੀਲ ਕਰਨ। ਇਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਤੇ ਸਵਾਲ ਵਾ। ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ, ਲੋਕ ਵੱਡੇ ਹੁੰਦੇ। ਲੋਕਤੰਤਰ ਦੇ ਵਿੱਚ ਪਾਵਰ ਉਸ ਲੋਕ ਵਾ, ਨਾ ਕਿ ਸਰਕਾਰਾਂ। ਪਰ ਅੱਜ ਜਿੱਦਾਂ ਦਾ ਵਿਹਾਰ ਕੇਂਦਰ ਦੀ ਸਰਕਾਰ ਕਰ ਰਹੀ, ਉਹਨਾਂ ਦੇ 5-4 ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਖੇਤੀਬਾੜੀ ਮੰਤਰੀ ਕਰ ਰਿਹਾ, ਇਹ ਬਹੁਤ ਨਿੰਦਨੀय ਵਿਵਹਾਰ ਵਾ। ਕਿਉਂਕਿ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਕੰਧ ਤੇ ਲਿਖਿਆ ਪੜ੍ਹ ਲੈਣ ਵੀ ਕਾਨੂੰਨ
ਰੱਦ ਕੀਤਿਆਂ ਤੋਂ ਬਗੈਰਾ ਤੇ MSP ਗਰੰਟਰ ਤੋਂ ਬਗੈਰਾ ਸਰਦਾ ਨਜ਼ਰ ਨਹੀਂ ਆ ਰਿਹਾ। ਠੀਕ ਹੈ। ਇਸ ਅੰਦੋਲਨ ਦੇ ਵਿੱਚੋਂ ਆਪਾਂ ਗੱਲ ਕਰੀਏ ਤਾਂ ਨਿਆਂ ਪ੍ਰਣਾਲੀ, ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਦੇ ਉੱਤੇ ਬੜੇ ਸਵਾਲ ਉੱਠੇ, ਸ਼ੱਕ ਦੇ ਘੇਰੇ ਵਿੱਚ ਨਿਆਂ ਪ੍ਰਣਾਲੀ ਵੀ ਆ ਕੇ ਖੜੀ ਹੋ ਗਈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵਜ਼ਾਰਤ ਵੀ ਸ਼ੱਕ ਦੇ ਘੇਰੇ ਵਿੱਚ ਆ ਕੇ ਖੜੀ ਹੋ ਗਈ, ਮਸਲਾ ਹਾਲ ਤੱਕ ਵਜ਼ਾਰਤ ਨਾਲ ਵੀ ਹੱਲ ਨਹੀਂ ਹੋਇਆ। ਚੋਣ ਕਮਿਸ਼ਨ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ EVM ਨੂੰ ਲੈ ਕੇ ਖਾਸ ਤੌਰ ਤੇ। ਕੀ ਤੁਹਾਨੂੰ ਵੀ ਕੋਈ ਲੱਗਦਾ ਕਿ EVM ਤੇ ਕੋਈ ਸ਼ੰਕਾ ਹੈ? ਵੇਖੋ ਜੀ, ਜਦੋਂ ਜਿਹੜੀ ਗੱਲ ਲੋਕ ਕਹਿਣ, ਸਿਆਣਿਆਂ ਦਾ ਕਹਿਣਾ ਵੀ ਜਿਹੜਾ ਦੰਦਾਂ ਦਾ ਪਿੱਠਿਆ ਉਹ ਨਹੀਂ ਰਹਿੰਦਾ, ਚੱਕੀ ਦਾ ਪਿੱਠਾ ਰਹਿ ਜਾਂਦਾ। ਜੇ ਕੋਈ ਇਹਦੇ ਵਿੱਚ ਨੁਕਸ ਹੈ ਗਿਆ ਤੇ ਮੈਂ ਕਹਿੰਦਾ ਵੀ ਯੂਰਪ ਵਿਖਾਉਣ ਪ੍ਰਧਾਨ ਮੰਤਰੀ ਜੀ, ਜਿਵੇਂ ਜਿਹੜੀ ਫੇਲ ਹੋਈ ਪ੍ਰਣਾਲੀ ਆ ਅਮਰੀਕਾ ਦੇ ਵਿੱਚ, ਯੂਰਪ ਕੰਟਰੀਆਂ ਦੇ ਵਿੱਚ EVM ਵਾਲੀ, ਉਹਨੂੰ ਪਾਸੇ ਕਰਕੇ ਤੇ ਬੈਲਟ ਪੇਪਰ ਦੇ ਨਾਲ ਵੋਟਾਂ ਕਰਵਾਉਣ। ਜੇ ਲੋਕ ਉਹਨਾਂ ਨੂੰ ਚਾਹੁੰਦੇ ਆ ਤੇ ਲੋਕ ਬੈਲਟ ਪੇਪਰ ਨਾਲ ਉਹਨਾਂ ਨੂੰ ਮਾਨਤਾ ਦੇ ਦੇਣਗੇ। ਪਰ ਸੈਟਿੰਗ ਕਿਤੇ ਕਿਤੇ ਜਾਪਦੀ ਆ ਵੀ ਜਿਵੇਂ ਦੇਸ਼ ਨੂੰ ਇੱਕ ਬੰਨੇ ਰੱਖਿਆ ਜਾ ਰਿਹਾ ਵਾ 130 ਕਰੋੜ ਭਾਰਤੀਆਂ ਨੂੰ, ਤੇ ਆਪਣਾ ਅਡਾਨੀ ਅਬਾਨੀ ਇੱਕ ਬੰਨੇ ਰੱਖੇ ਜਾ ਰਹੇ ਆ। ਮਤਲਬ ਐਂ ਲੱਗਦਾ ਵੀ ਜਿਵੇਂ EVM ਤੇ ਪੂਰਾ ਯਕੀਨ ਆ ਪ੍ਰਧਾਨ ਮੰਤਰੀ ਜੀ ਨੂੰ ਵੀ ਵੋਟਾਂ ਦੀ ਲੋੜ ਨਹੀਂ। ਨੌਜਵਾਨ ਗੱਲ ਹੁੰਦੀ ਹੈ ਸਾਡੀ ਉਹਨਾਂ ਨਾਲ, ਉਹ ਕਹਿੰਦੇ ਪਹਿਲਾਂ ਇਹ ਮਸਲਾ ਕਿਸਾਨਾਂ ਵਾਲਾ ਬਿੱਲਾਂ ਦਾ ਹੱਲ ਹੋ ਜੇ, ਤਿੰਨੇ ਖੇਤੀ ਕਾਨੂੰਨ ਰੱਦ ਹੋ ਜਾਣ, ਉਸ ਤੋਂ ਬਾਅਦ EVM ਦੇ ਵਿਰੋਧ ਵੀ ਇੰਨਾ ਵੱਡਾ ਹੀ ਸੰਘਰਸ਼ ਕਰਨ ਦੀ ਲੋੜ ਹੈਗੀ ਹੈ। ਕਿ ਲੱਗਦਾ ਹੈ ਕਿ ਤੁਹਾਨੂੰ ਸੰਘਰਸ਼ ਕਰਨ ਦੀ ਲੋੜ ਹੈਗੀ ਹੈ ਜਾਂ ਇਹ ਮਸਲਾ ਪਹਿਲਾਂ ਹੀ ਹੱਲ ਹੋ ਜਾਊਗਾ? ਜਿੱਦਾਂ ਇਹ ਸੰਘਰਸ਼ ਅੱਗੇ ਵਧ ਰਿਹਾ ਵਾ, ਜਿਹੜਾ ਪੰਜਾਬ ਦੇ ਵਿੱਚ ਇੱਕ ਲੈਂਡ ਦੇ ਨਾਲ ਸਰ ਰਿਹਾ ਸੀਗਾ ਵੀ MSP ਗਰੰਟਡ, ਸਰਕਾਰੀ ਭਾਅ ਤੋਂ ਸਰਕਾਰ ਨਾ ਭੱਜੇ ਤੇ ਜਿਹੜਾ ਕੋਈ ਸਰਕਾਰੀ ਭਾਅ ਤੋਂ ਘੱਟ ਖਰੀਦੇ ਉਹਨੂੰ ਜੇਲ੍ਹ ਤੇ ਜੁਰਮਾਨਾ ਵੇ, ਇੰਨੀ ਗੱਲ ਨਾ ਸਰਦਾ ਸੀ ਇਹਨਾਂ ਕਾਨੂੰਨਾਂ ਦੇ ਵਿੱਚ। ਪਰ ਜਿਵੇਂ ਜਿਵੇਂ ਉਹ ਸ਼ੰਭੂ ਬਾਰਡਰ ਟੱਪਿਆ, ਜਿਵੇਂ ਜਿਵੇਂ ਦੇਸ਼ ਜਾਗਿਆ, ਹੁਣ ਉਹ ਤਿੰਨੇ ਕਾਨੂੰਨ ਰੱਦ ਤੇ MSP ਗਰੰਟਡ ਤੇ ਆ ਗਿਆ। ਅਗਲਾ ਜਿਹੜੀ ਗੱਲ ਚੱਲਣੀ ਆ ਉਹ ਚੱਲਣੀ ਆ ਵੀ ਮੈਕਸਿਮਮ ਰੇਟ ਵੀ ਗਰੰਟਡ ਹੋਵੇ। ਕਿਸਾਨ ਤੋਂ ਖਰੀਦੀ ਹੋਈ 20-25 ਰੁਪਏ ਕਿਲੋ ਵਾਲੀ ਚੀਜ਼ ਜਿਹੜੀ ਆ ਉਹ 26-27 ਨੂੰ 28 ਨੂੰ 30 ਤੱਕ ਮਿਲ ਜਾਵੇ ਖਪਤਕਾਰ ਨੂੰ। ਇਹ ਵੀ ਉਦੋਂ ਅੱਗੇ ਸਾਡੇ ਸਕੂਲ ਚਲੇ ਗਏ, ਸਾਡੇ ਹਸਪਤਾਲ ਚਲੇ ਗਏ ਆ, ਸਾਡੀ LIC ਚਲੇ ਗਈ, ਸਾਡੇ ਰੋਡ ਚਲੇ ਗਏ ਆ, ਸਾਡਾ ਪਾਣੀ ਚਲੇ ਗਿਆ ਵਾ। ਇਹ ਤੇ ਸਾਰੇ ਤੇ ਵੀ ਲੜਾਈ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਰੰਭ ਹੋਣੀ ਆ, ਕਿਉਂਕਿ ਜਿੰਨਾ ਅੰਦੋਲਨ ਲੰਬਾ ਹੋਊਗਾ ਉਹਨੇ ਇਹਦੇ ਰਿਜ਼ਲਟ ਵਧੀਆ ਨਿਕਲਣਗੇ। ਭਾਰਤ ਵਾਸੀ ਇੱਕ ਥਾਂ ਤੇ ਇਕੱਠੇ ਹੋਣੇ ਸਭ ਤੋਂ ਜ਼ਰੂਰੀ ਸਨ, ਉਹ ਹੋ ਗਿਆ। ਤੁਸੀਂ ਪਹਿਲਾਂ ਕਹਿੰਦੇ ਆਏ ਹੋ ਕਿ ਜਿਹੜੀ ਸਰਕਾਰ ਹੈਗੀ ਹੈ, ਕੇਂਦਰ ਸਰਕਾਰ, ਉਹ ਸਾਨੂੰ ਖਾਲਿਸਤਾਨੀ, ਅੱਤਵਾਦੀ, ਮਾਓਵਾਦੀ ਕਹਿ ਕੇ ਬਦਨਾਮ ਕਰਦੀ ਹੈ, ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਲੇਕਿਨ ਭਾਰਤ ਦੇ ਪ੍ਰਧਾਨ ਮੰਤਰੀ ਦਾ ਅੱਜ ਰਾਜ ਸਭਾ 'ਚ ਕੁਝ ਹੋਰ ਕਹਿੰਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਬਹਾਦਰ ਹੈਗੀ ਹੈ ਤੇ ਬਹਾਦਰੀ ਜੋ ਇਹਨਾਂ ਦੀ ਹੈਗੀ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਤੇ ਜੋ ਵੀ ਇਹਨਾਂ ਨੂੰ ਲੋਕ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਵੇਖੋ ਜੀ, ਪ੍ਰਧਾਨ ਮੰਤਰੀ ਦਾ ਜਿਹੜਾ ਜੋ ਅੱਜ ਬਿਆਨ ਆਇਆ ਵਾ, ਅਸੀਂ ਚੰਗੀ ਗੱਲ ਕਰਾਂਗੇ ਵੀ ਵਧੀਆ ਕੀਤਾ ਉਹਨਾਂ ਨੇ। ਜੇ ਉਹਨਾਂ ਨੇ ਇਹ ਤੇ ਮੱਲ ਮਿਲਾਉਣ ਦੀ ਕੋਸ਼ਿਸ਼ ਕੀਤੀ ਆ, ਜਿੰਨਾ ਦੇਸ਼ ਵਿਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਵਾ, ਉਹ ਵਿਰੋਧ ਨੂੰ ਠੰਡਿਆ ਕਰਨ ਦਾ ਉਹਨਾਂ ਨੇ ਆਪਣਾ ਰਾਜਨੀਤਿਕ ਪੈਂਤਲੀਬਾਜ਼ੀ ਅਪਣਾਈ ਆ, ਤੇ ਬਹੁਤ ਵਧੀਆ ਗੱਲ ਆ। ਪਰ ਉਹ ਆਪਣੇ ਭਾਜਪਾਈ ਆਗੂਆਂ ਤੇ ਮੰਤਰੀਆਂ ਤੇ ਵੀ ਲਗਾਮ ਕੱਸਣ ਵੀ ਦੇਸ਼ ਦੇ ਲੋਕਾਂ ਨੂੰ ਖਾਲਿਸਤਾਨੀ, ਮਾਓਵਾਦੀ, ਅੱਤਵਾਦੀ, ਨਕਸਲੀ, ਵੱਖਵਾਦੀ ਕਹਿਣਾ ਠੀਕ ਨਹੀਂ ਹੁੰਦਾ, ਕਿਉਂਕਿ ਲੋਕਾਂ ਨੂੰ ਪਤਾ ਵੀ ਇਹ ਕੌਣ ਲੋਕ ਬੈਠੇ ਆ। ਜੇ ਕਿਤੇ ਕੋਈ ਮਾਂਗਵੀਆਂ ਧਿਰਾਂ ਹੁੰਦੀਆਂ, ਜੇ ਕੋਈ ਇਹੋ ਜਿਹਾ ਫਿਰਕਾ ਹੁੰਦਾ ਤੇ ਕਦੇ ਦਾ ਇਹ ਛੱਡ ਕੇ ਚੱਲ ਜਾਂਦਾ, ਕਿਉਂਕਿ ਅਸਲੀ ਉਹ ਅਣਦਾਤੇ ਬੈਠੇ ਆ ਜਿਨ੍ਹਾਂ ਨੇ ਸਿਆਲਾਂ ਦੇ ਦਿਨਾਂ ਦੇ ਵਿੱਚ ਕਣਕ ਪੈਦਾ ਕਰਕੇ ਇਸ ਦੇਸ਼ ਦਾ ਢਿੱਡ ਭਰਿਆ ਵਾ। ਸੁਖਵਿੰਦਰ ਸਿੰਘ ਸਭਰਾ ਜੀ, ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ। ਲਾਲ ਕਿਲ੍ਹੇ ਉੱਤੇ ਜੋ ਘਟਨਾਕ੍ਰਮ ਵਾਪਰਿਆ ਸੀ, ਮੈਂ ਵੀ ਦੇਖ ਰਿਹਾ ਸੀਗਾ ਉੱਥੇ, ਤੇ ਦੇਖ ਕੇ ਬੜੀ ਹੈਰਾਨੀ ਹੋਈ ਕਿ ਨਿਹੰਗ ਸਿੰਘਾਂ ਨੇ ਉੱਥੇ ਗੋਡੇ ਲਵਾ ਦਿੱਤੇ ਸੀ ਇੱਕ ਤਰੀਕੇ ਨਾਲ, ਫੌਜ ਦੇ ਵੀ ਆਪਾਂ ਗੱਲ ਕਰੀਏ ਤਾਂ। ਤੇ ਲੇਕਿਨ ਇਹ ਜਿਹੜੀ ਤਾਕਤ ਹੈਗੀ ਸੀ, ਬਹਾਦਰੀ ਹੈਗੀ ਸੀ, ਸਾਡੇ ਦੇਸ਼ ਦੇ ਵਿਰੋਧੀ ਵਰਤੀ ਜਾ ਰਹੀ ਸੀਗੀ। ਕੀ ਲੱਗਦਾ ਕਿ ਕਿੱਥੇ ਕਮੀ ਰਹਿ ਗਈ ਕਿ ਜੇ ਕੌਮ ਇੰਨੀ ਬਹਾਦਰ ਹੈਗੀ ਹੈ, ਪੰਜਾਬੀ ਇੰਨੇ ਬਹਾਦਰ ਹੈਗੇ ਨੇ, ਤੇ ਦੇਸ਼ ਦੇ ਵਿਰੋਧੀ ਅੱਜ ਖੜੇ ਹੋਏ ਨੇ, ਕਿੱਥੇ ਕਮੀ ਰਹਿ ਗਈ? ਸਹੀ ਦਿਸ਼ਾ ਕਿਵੇਂ ਮਿਲ ਸਕਦੀ ਹੈ? ਵੇਖੋ ਜੀ, ਦੇਸ਼ ਦੇ ਵਿਰੁੱਧ ਕੋਈ ਨਹੀਂ ਖੜਿਆ ਆ, ਸਿਰਫ ਕੁਝ ਤਾਕਤਾਂ ਹੋਣਗੀਆਂ। ਦੇਸ਼ ਦੇ ਵਿਰੁੱਧ ਅੱਜ ਵੀ ਕੋਈ ਨਹੀਂ। ਤਿਰੰਗੇ ਦਾ ਅੱਜ ਵੀ ਉਹਨਾਂ ਮਾਨ ਸਨਮਾਨ ਆ। ਜਿਹੜਾ ਉੱਪਰਲਾ ਕੇਸਰੀ ਰੰਗ ਵਾ ਉਹ ਅੱਜ ਵੀ ਕੁਰਬਾਨੀ ਦਰਸਾਉਂਦਾ, ਤੇ ਕੁਰਬਾਨੀ ਸਭ ਤੋਂ ਵੱਧ ਪੰਜਾਬੀਆਂ ਦੀ ਆ। ਚਿੱਟਾ ਰੰਗ ਸ਼ਾਂਤੀ ਦੀ ਗੱਲ ਕਰਦਾ ਵਾ, ਸਬਜ਼ ਰੰਗ ਹਰਿਆਲੀ ਦੀ ਗੱਲ ਕਰਦਾ ਵਾ, ਅਸ਼ੋਕ ਚੱਕਰ ਸਾਡੀ ਕਾਨੂੰਨ ਵਿਵਸਥਾ ਦੀ ਗੱਲ ਕਰਦਾ ਵਾ। ਤਿਰੰਗੇ ਨੂੰ ਕੋਈ ਵੀ ਉੱਥੇ ਆਂਚ ਨਹੀਂ ਆਈ। ਹਾਂ, ਜੇ ਉੱਥੇ ਕੇਸਰੀ ਨਿਸ਼ਾਨ ਚਲਾ ਦਿੱਤਾ ਵਾ, ਤੇ ਉਹੀ ਨਿਸ਼ਾਨ ਸਾਹਿਬ ਆ ਜਿਹੜਾ ਰਾਜਨਾਥ ਜੀ ਜਦੋਂ ਬਾਰਡਰਾਂ ਤੇ ਜਾਂਦੇ ਆ ਚੀਨ ਤੇ, ਰੈਜੀਮੈਂਟਾਂ ਦੀਆਂ ਗੱਡੀਆਂ ਤੇ ਲਾ ਕੇ ਖੁਦ ਜਕਾਰੇ ਛੱਡ ਕੇ ਆਉਂਦੇ ਆ। ਉਹੀ ਨਿਸ਼ਾਨ ਸਾਹਿਬ ਆ ਜਦੋਂ ਮੋਦੀ ਜੀ ਗੁਰਦੁਆਰੇ ਸਾਹਿਬ ਜਾਂਦੇ ਆ ਤੇ ਉਹੀ ਸਿਰ ਤੇ ਪਹਿਨ ਕੇ ਆਉਂਦੇ ਆ। ਉਹੀ ਨਿਸ਼ਾਨ ਸਾਹਿਬ ਫਤਿਹ ਦਿਵਸ ਦੇ ਉੱਤੇ ਲਾਲ ਕਿਲ੍ਹੇ ਤੇ ਚਲਾਇਆ ਜਾਂਦਾ ਵਾ। ਸੋ ਇੰਨੀ ਆਪੱਤੀ ਨਹੀਂ ਸੀ ਚਾਹੀਦੀ। ਇਹਨਾਂ ਵਾਹ ਵੱਲੇ ਵਾਲਾ ਜਿਹੜਾ ਖੜਾ ਕੀਤਾ ਵਾ, ਇਹ ਮਤਲਬ ਨਿੰਦਨੀय ਵਾਹ ਵੱਲੇ ਵਾ। ਤਿਰੰਗੇ ਦਾ ਮਾਨ ਸਨਮਾਨ ਸੀ, ਅੱਜ ਵੀ ਰਹੇਗਾ, ਕੱਲ੍ਹ ਵੀ ਰਹੇਗਾ, ਕਿਉਂਕਿ ਭਾਰਤ ਦੇਸ਼ ਦੇ ਵਾਸੀ ਜਿਹੜੇ ਆ ਉਹ ਕਦੀ ਵੀ ਖੰਡ ਨਹੀਂ ਹੋਣਗੇ। ਠੀਕ ਹੈ, ਸ਼ੁਕਰੀਆ ਗੱਲਬਾਤ ਕਰਨ ਲਈ ਜੀ। ਸੋ ਸੁਖਵਿੰਦਰ ਸਿੰਘ ਸਭਰਾ ਜੀ, ਕਿਸਾਨ ਆਗੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਉਹ ਤਿਰੰਗੇ ਦਾ ਸਨਮਾਨ ਕਰਦੇ ਨੇ ਤੇ ਬੜੇ ਚਾਵਾਂ ਦੇ ਨਾਲ 26 ਤਰੀਕ ਨੂੰ ਵੀ ਟਰੈਕਟਰਾਂ ਦੇ ਉੱਤੇ ਤਿਰੰਗੇ ਲਾ ਕੇ ਗਏ ਸਨ ਤੇ ਤਿਰੰਗੇ ਨੂੰ ਉੱਦਾਂ ਹੀ ਵਾਪਸ ਲੈ ਕੇ ਸਨਮਾਨ ਦੇ ਨਾਲ ਵਾਪਸ ਆਏ ਨੇ। ਖਾਸ ਤੌਰ ਤੇ ਉਹਨਾਂ ਨੇ ਕਿਹਾ ਜੋ ਨੌਦੀਪ ਕੁੜੀ ਹੈਗੀ ਹੈ ਜਿਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹਰਿਆਣਾ ਪੁਲਿਸ ਨੇ 12 ਜਨਵਰੀ ਨੂੰ ਚੁੱਕਿਆ ਸੀ, ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਉਹਨਾਂ ਦੀ
ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ। ਲਾਪਤਾ ਨੌਜਵਾਨ ਜਿਹੜੇ ਜੇਲ੍ਹਾਂ ਵਿੱਚ ਡੱਕੇ ਨੇ ਕਿਸਾਨਾਂ ਦੇ ਪੁੱਤ, ਉਹਨਾਂ ਦੀ ਰਿਹਾਈ ਦੇ ਲਈ ਵੀ ਕਿਸਾਨ ਸੰਘਰਸ਼ ਕਮੇਟੀ ਜਦੋਜਹਿਦ ਕਰ ਰਹੀ ਹੈ। ਤੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਹੁਣ ਸਭ ਤੋਂ ਪਹਿਲਾਂ ਜਿਹੜੇ ਜੇਲ੍ਹ ਦੇ ਵਿੱਚ ਕਿਸਾਨ ਹੈਗੇ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਉਸ ਤੋਂ ਬਾਅਦ ਹੀ ਗੱਲਬਾਤ ਜਿਹੜੀ ਹੈਗੀ ਹੈ ਉਹ ਅੱਗੇ ਤੁਰੇਗੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਇਹ ਸਪਸ਼ਟ ਤੌਰ ਤੇ ਜਾਣ ਲੈਣ ਕਿ ਤਿੰਨੇ ਖੇਤੀ ਕਾਨੂੰਨ ਉਹ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਪਰ ਦੇਖਣਾ ਦਿਲਚਸਪ ਹੋਏਗਾ ਕਿ ਹੁਣ ਭਾਰਤ ਸਰਕਾਰ ਕਦੋਂ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਦੀ ਹੈ ਤੇ ਇਹ ਗੱਲਬਾਤ ਅੱਗੇ ਤੁਰੇਗੀ। ਸਿੰਘੂ ਬਾਰਡਰ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।